8th ਕਲਾਸ ਦੇ ਪਿਆਰੇ ਵਿਦਿਆਰਥੀਓ, ਅੱਜ ਆਪਾਂ ਤੁਹਾਡੀ ਪੰਜਾਬੀ ਪਾਠ ਪੁਸਤਕ ਦਾ ਚੈਪਟਰ ਨੰਬਰ 2 ਪੇਮੀ ਦੇ ਨਿਆਣੇ ਕਰਨ ਜਾ ਰਹੇ ਹਾਂ। ਇਸ ਕਹਾਣੀ ਦੇ ਵਿੱਚ ਕੀ ਹੈ ਕਿ ਕਹਾਣੀਕਾਰ ਹੈ ਜੋ 7 ਸਾਲਾਂ ਦਾ ਹੈ, ਉਸ ਦੀ ਵੱਡੀ ਭੈਣ 11 ਸਾਲਾਂ ਦੀ ਆ। ਉਹਨਾਂ ਦਾ ਖੇਤ ਘਰੋਂ ਮੀਲ ਕੁ ਦੂਰ 'ਤੇ ਹੈ। ਰਸਤੇ ਵਿੱਚ ਅੱਧ ਵਿੱਚੋਂ ਇੱਕ ਜਰਨੈਲੀ ਸੜਕ ਲੰਘਦੀ ਆ, ਜਿਸ ਉੱਤੋਂ ਜੰਗਲੀ ਪਠਾਨ, ਰਾਸ਼ੀਆਂ ਅਤੇ ਹੋਰ ਪਰਦੇਸੀਆਂ ਦਾ ਬਹੁਤ ਹੀ ਲਾਂਘਾ ਸੀ। ਉੱਥੋਂ ਦੀ ਉਹ ਲੰਘਦੇ ਟੱਪਦੇ ਸੀ। ਕਹਾਣੀਕਾਰ ਅਤੇ ਉਸਦੀ ਭੈਣ ਦੋਨੋਂ ਰਾਸ਼ੀਆਂ ਤੋਂ ਬਹੁਤ ਡਰਦੇ ਸਨ। ਅਸਲ ਵਿੱਚ ਉਹਨਾਂ ਦੀ ਪਾਲਣਾ ਪੋਸ਼ਣ ਹੀ ਅਜਿਹੀ ਹੋਈ ਸੀ ਕਿ ਅਜਿਹੇ ਡਰ ਉਹਨਾਂ ਦੇ ਸੁਭਾਅ ਦਾ ਅੰਗ ਬਣ ਚੁੱਕੇ ਸੀ। ਸਿਆਣਿਆਂ ਤੋਂ ਨਰਕ ਸਵਰਗ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਸਿਵਾਏ ਖੇਡ ਤੋਂ ਬਾਕੀ ਹਰ ਸਮੇਂ ਨਰਕ ਸੀ ਜਿਹੜਾ ਉਹ ਘਾਤ ਲਈ ਖਲੋਤਾ ਦਿਸਦਾ ਸੀ। ਰਾਸ਼ੀਆਂ ਤੋਂ ਡਰਦੇ ਕਹਾਣੀਕਾਰ ਅਤੇ ਉਸਦੀ ਭੈਣ ਕਿਸੇ ਵੀ ਸਾਥ ਨੂੰ ਲੈ ਕੇ ਬਗੈਰ ਸੜਕ ਤੋਂ ਲੰਘਣੋਂ ਡਰਦੇ ਸਨ, ਕਿਉਂਕਿ ਸੜਕ ਇਕੱਲੇ ਪਾਰ ਨਹੀਂ ਸਨ ਕਰਦੇ। ਪਰ ਉਹਨਾਂ ਨੂੰ ਹਰ ਰੋਜ਼ ਖੇਤ ਆਪਣੇ ਬਾਪੂ ਦੀ ਰੋਟੀ ਲੈ ਕੇ ਜਾਣੀ ਪੈਂਦੀ ਸੀ। ਇੱਕ ਵਾਰ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ। ਸੜਕ ਤੋਂ ਲੰਘਣ ਦਾ ਡਰ ਉਹਨਾਂ ਦੇ ਮਨ ਵਿੱਚ ਸੀ, ਤਾਂ ਕਹਾਣੀਕਾਰ ਦੀ ਭੈਣ ਨੇ ਡਰ ਨੂੰ ਦਬਾਉਣ ਲਈ ਰਾਜੇ ਰਾਣੀ ਦੀ ਕਹਾਣੀ ਸੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਵੀ ਸਾਡਾ ਜਿਹੜਾ ਡਰ ਹੈ ਉਹ ਵੀ ਨਿਕਲ ਜਾਵੇ, ਭਾਵ ਅਸੀਂ ਕਹਾਣੀ ਦੇ ਵਿੱਚ ਸਾਡਾ ਮਨ ਲੱਗ ਜਾਵੇ ਅਤੇ ਅਸੀਂ ਡਰ ਨੂੰ ਭੁੱਲ ਜਾਈਏ। ਕਹਾਣੀ ਸੁਣਦਿਆਂ ਸੁਣਦਿਆਂ ਉਹਨਾਂ ਨੂੰ ਪਿੰਡ ਵੱਲੋਂ ਆਉਂਦਾ ਹੋਇਆ ਇੱਕ ਆਦਮੀ ਦਿਸਿਆ। ਉਹ ਖੜ੍ਹੇ ਹੋ ਕੇ ਉਸਦੀ ਉਡੀਕ ਕਰਨ ਲੱਗੇ ਅਤੇ ਉਸ ਉੱਤੇ ਉਹਨਾਂ ਦੀ ਕਹਾਣੀ ਵੀ ਸੀ ਜਿਹੜੀ ਉਹ ਰੁਕ ਗਈ। ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਚਲਾ ਗਿਆ। ਹੁਣ ਸੜਕ ਕੇਵਲ ਥੋੜ੍ਹੀ ਹੀ ਦੂਰ ਰਹਿ ਗਈ ਸੀ ਅਤੇ ਉਹਨਾਂ ਦੀ ਕਹਾਣੀ ਵੀ ਸੀ ਜਿਹੜੀ ਰੁਕ ਗਈ। ਕੋਈ ਸਾਥੀ ਵੀ ਨਾ ਮਿਲਣ ਕਰਕੇ ਦੋਵੇਂ ਬੱਚੇ ਸੀ ਜਿਹੜੇ ਉਹ ਦੋਨੋਂ ਸਹਿਮ ਗਏ। ਭੈਣ ਭਰਾ 10-20 ਕਦਮ ਪੁੱਟ ਕੇ ਉਹਨਾਂ ਨੂੰ ਇੱਕ ਕਾਲੇ ਸੂਫ ਦੀ ਵਾਸਕਟ ਅਤੇ ਪਠਾਨਾਂ ਵਾਲੀ ਸਲਵਾਰ ਪਾਈ ਲੰਮਾ ਪਿਆ ਬੰਦਾ ਇੱਕ ਦਿਸਿਆ। ਦੋਵੇਂ ਇਸ ਖਿਆਲ ਨਾਲ ਡਰ ਗਏ ਕਿ ਉਹ ਰਾਸ਼ਾ ਹੈ ਅਤੇ ਉਹਨਾਂ ਨੂੰ ਫੜ ਲਵੇਗਾ। ਕਹਾਣੀਕਾਰ ਦੀ ਭੈਣ ਨੇ ਉਸ ਨੂੰ ਵਾਹਿਗੁਰੂ ਦਾ ਨਾਮ ਲੈਣ ਲਈ ਕਿਹਾ, ਪਰ ਕਹਾਣੀਕਾਰ ਦਾ ਖਿਆਲ ਸੀ ਕਿ ਵਾਹਿਗੁਰੂ ਤੋਂ ਭੂਤ ਪ੍ਰੇਤ ਡਰਦੇ ਆ, ਆਦਮੀ ਨਹੀਂ। ਦੋਵੇਂ 5-7 ਮਿੰਟ ਖਲੋਤੇ ਰਹੇ। ਉਹਨਾਂ ਨੂੰ ਪਿੰਡ ਵੱਲੋਂ ਕੋਈ ਵੀ ਆਦਮੀ ਸੀ ਜਿਹੜਾ ਆਉਂਦਾ ਨਾ ਦਿਸਿਆ। ਕਹਾਣੀਕਾਰ ਦਾ ਰੋਣ ਨਿਕਲ ਗਿਆ। ਉਸ ਦੀ ਭੈਣ ਨੇ ਉਸਦੇ ਅੱਥਰੂ ਪੂੰਝ ਕੇ ਹੌਸਲਾ ਦਿੱਤਾ। ਫਿਰ ਉਸਨੇ ਕੁਝ ਵਿਚਾਰ ਤੋਂ ਮਗਰੋਂ ਕਹਾਣੀਕਾਰ ਨੂੰ ਕਿਹਾ, ਆਪਣੇ ਭਰਾ ਨੂੰ ਕਿਹਾ ਕਿ ਅਸੀਂ ਕਹਾਂਗੇ ਅਸੀਂ ਪੇਮੀ ਦੇ ਨਿਆਣੇ ਹਾਂ, ਸਾਨੂੰ ਨਾ ਫੜ। ਕਹਾਣੀਕਾਰ ਨੂੰ ਭੈਣ ਦੇ ਮੂੰਹੋਂ ਜਦੋਂ ਪੇਮੀ ਸ਼ਬਦ ਮਿੱਠਾ ਲੱਗਦਾ ਹੁੰਦਾ ਹੈ, ਇਸ ਤਰ੍ਹਾਂ ਪ੍ਰਤੀਤ ਹੋਇਆ। ਇਹ ਗੱਲ ਉਸਦੇ ਮਨ ਨੂੰ ਵੀ ਲੱਗੀ। ਬਸ ਫਿਰ ਦੋਵੇਂ ਡਰਦੇ ਅਤੇ ਕੰਬਦੇ ਰਹੇ ਅਤੇ ਪੇਮੀ ਦਾ ਨਾਂ ਲੈ ਕੇ ਉਹਨਾਂ ਨੇ ਆਪਣੀ ਜਿਹੜੀ ਸੜਕ ਸੀ ਉਹ ਪਾਰ ਕਰ ਲਈ ਅਤੇ ਰਾਸ਼ਾ ਸੀ ਜਿਹੜਾ ਉੱਤੇ ਹੀ ਪਿਆ ਰਿਹਾ। ਹਾਂਜੀ ਬੇਟਾ, ਇਹਦੇ ਹੈਗੇ ਤੁਹਾਡੇ ਜਿਹੜੇ ਕੁਐਸਚਨ ਆਨਸਰ। ਪਹਿਲਾ ਕੁਐਸਚਨ ਹੈ, ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਅਤੇ ਕਿਹੜਿਆਂ ਨੂੰ ਸੁਰਗ ਆਖਦਾ ਹੈ? ਲੇਖਕ ਖੇਡ ਨੂੰ ਸੁਰਗ ਆਖਦਾ ਹੈ, ਜਿਸ ਤੋਂ ਬਿਨਾਂ ਹੋਰ ਕਿਸੇ ਵੀ ਚੀਜ਼ ਵਿੱਚ ਉਸਨੂੰ ਸੁਰਗ ਨਹੀਂ ਸੀ ਦਿਸਦਾ। ਸਿਰਫ ਇੱਕ ਖੇਡ ਦੇ ਵਿੱਚ ਹੀ ਉਸਨੂੰ ਸੁਰਗ ਦਿਸਦਾ ਸੀ। ਪਰੰਤੂ ਨਰਕ ਦੇ ਜਿਹੜੇ ਦਰਵਾਜ਼ੇ ਸੀ ਉਹਨਾਂ ਲਈ ਸਦਾ ਖੁੱਲ੍ਹੇ ਸਨ। ਉਹਨਾਂ ਨੂੰ ਆਪਣੇ ਅਣਜਾਣੇ ਰਾਹ ਦੇ ਹਰ ਮੋੜ ਉੱਤੇ ਹੀ ਨਰਕ ਹੀ ਦਿਖਾਈ ਦਿੰਦਾ ਸੀ। ਸਭ ਤੋਂ ਵੱਡਾ ਨਰਕ ਉਹਨਾਂ ਲਈ ਸਕੂਲ ਸੀ। ਜੇ ਉਹ ਇਸ ਤੋਂ ਕਦੀ ਛੁੱਟ ਵੀ ਜਾਂਦੇ ਸੀ ਤਾਂ ਉਹਨਾਂ ਨੂੰ ਖੇਤ, ਜਿੱਦਣ ਛੁੱਟੀ ਹੁੰਦੀ ਸੀ ਤਾਂ ਉਹਨਾਂ ਨੂੰ ਖੇਤ ਆਪਣੇ ਬਾਪੂ ਦੀ ਜਾਂ ਕਾਮਿਆਂ ਦੀ ਰੋਟੀ ਲੈ ਕੇ ਜਾਣਾ ਪੈਂਦਾ ਸੀ ਅਤੇ ਉੱਥੋਂ ਜਰਨੈਲੀ ਸੜਕ ਸੀ ਜਿਹੜੀ ਉਹ ਪਾਰ ਕਰਨੀ ਪੈਂਦੀ ਸੀ। ਉਂਝ ਲੇਖਕ ਸਪਸ਼ਟ ਕਰਦਾ ਹੈ, ਕਹਿੰਦੇ ਕਿ ਖੇਤ ਤਾਂ ਉਹਨਾਂ ਲਈ ਸੁਰਗ ਸੀ, ਪਰ ਉੱਥੇ ਰੋਟੀ ਲੈ ਕੇ ਜਾਣ ਦੀ ਜਿਹੜੀ ਖੇਚਲ ਸੀ ਉਹਨਾਂ ਲਈ ਨਰਕ ਸੀ। ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ? ਲੇਖਕ ਅਤੇ ਉਸਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਦੇ ਲਈ ਪਹਿਲਾਂ ਤਾਂ ਇੱਕ ਆਮ ਜਿਹਾ ਤਰੀਕਾ ਅਪਣਾਇਆ। ਭੈਣ ਭਰਾ ਨੂੰ ਇੱਕ ਰਾਜੇ ਅਤੇ ਰਾਣੀ ਦੀ ਕਹਾਣੀ ਸੀ ਜਿਹੜੀ ਉਹਨਾਂ ਨੇ ਸ਼ੁਰੂ ਕਰ ਲਈ ਸੀ, ਤਾਂ ਕਿ ਅਸੀਂ ਕਹਾਣੀ ਦੇ ਵਿੱਚ ਸਾਡਾ ਮਨ ਉੱਧਰ ਲੱਗ ਜਾਵੇ ਅਤੇ ਅਸੀਂ ਡਰ ਸੀ ਜਿਹੜਾ ਭੁੱਲ ਕੇ ਸੜਕ ਪਾਰ ਕਰ ਲਈਏ। ਪਰ ਪਿੱਛੋਂ ਉਹਨਾਂ ਨੂੰ ਜਦੋਂ ਇੱਕ ਆਦਮੀ ਉਹਨਾਂ ਨੇ ਆਉਂਦਾ ਵੇਖਿਆ ਤਾਂ ਅਸੀਂ ਜਿਹੜੀ ਉਹਨਾਂ ਦੀ ਕਹਾਣੀ ਵੀ ਉਸ ਨੂੰ ਵੇਟ ਕਰਨ ਲੱਗੇ ਉਸਦੀ, ਅਤੇ ਉਹਨਾਂ ਦੀ ਕਹਾਣੀ ਵੀ ਸੀ ਜਿਹੜੀ ਉਹ ਰੁਕ ਗਈ। ਤਾਂ ਹੁਣ ਜਿਹੜੀ ਸੀ ਸੜਕ ਥੋੜ੍ਹੀ ਜਿਹੀ ਦੂਰ ਰਹਿ ਗਈ ਸੀ ਤਾਂ ਉਹਨਾਂ ਦੀ ਕਹਾਣੀ ਵੀ ਸੀ ਜਿਹੜੀ ਰੁਕ ਗਈ ਅਤੇ ਉਹ ਬਹੁਤ ਹੀ ਸਹਿਮੇ ਹੋਏ ਸੀ। ਉਹਨਾਂ ਨੂੰ ਇੱਕ ਆਦਮੀ ਕਾਲੇ ਸੂਫ ਦੀ ਵਾਸਕਟ ਅਤੇ ਪਠਾਨਾਂ ਵਰਗੀ ਖੁੱਲ੍ਹੀ ਸਲਵਾਰ ਵਾਲਾ ਦੇਖਿਆ ਉਹਨਾਂ ਨੇ, ਤਾਂ ਉਹ ਬਹੁਤ ਹੀ ਡਰ ਗਏ ਅਤੇ ਵਾਹਿਗੁਰੂ ਦਾ ਨਾਮ ਲੈਣ ਲੱਗੇ।
ਤਾਂ ਉਸਦੀ ਭੈਣ ਨੇ ਕਾफ़ी ਸੋਚ ਵਿਚਾਰ ਕੇ ਕਿਹਾ ਕਿ ਆਪਾਂ ਉਸ ਨੂੰ ਕਹਾਂਗੇ ਕਿ ਅਸੀਂ ਪੇਮੀ ਦੇ ਨਿਆਣੇ ਹਾਂ, ਸਾਨੂੰ ਕੁਛ ਨਾ ਕਹਿ। ਤਾਂ ਉਸਦਾ ਜਿਹੜਾ ਭਰਾ ਸੀ, ਕਹਾਣੀਕਾਰ ਸੀ, ਉਸਨੂੰ ਵੀ ਇਹ ਗੱਲ ਉਸਦੀ ਜੱਚ ਗਈ। ਤਾਂ ਉਸਨੇ ਕਹਾਣੀਕਾਰ ਨੇ ਕਿਹਾ ਕਿ ਜਿਹੜੇ ਪਰਮਾਤਮਾ ਉਸ ਤੋਂ ਤਾਂ ਭੂਤ ਪ੍ਰੇਤ ਡਰਦੇ ਹਨ, ਬੰਦੇ ਨਹੀਂ। ਤਾਂ ਦੋਹਾਂ ਦਾ ਡਰ ਸੀ ਜਿਹੜਾ ਫਿਰ ਉਸੇ ਤਰ੍ਹਾਂ ਫਿਰ ਵੀ ਕਾਇਮ ਰਿਹਾ ਉਹਨਾਂ ਦਾ। ਬੱਚਿਆਂ ਨੂੰ ਨੈਕਸਟ ਕੁਐਸਚਨ ਹੈ, ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਲੱਗਦੀ ਸੀ ਅਤੇ ਕਿਉਂ? ਕਹਿੰਦੇ ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਭੈ ਸਾਗਰ ਲੱਗਦਾ ਸੀ ਕਿਉਂਕਿ ਉਸ ਉੱਤੋਂ ਜੰਗਲੀਆਂ ਦਾ, ਪਠਾਣਾਂ ਦਾ, ਰਾਸ਼ਿਆਂ ਦਾ ਅਤੇ ਹੋਰ ਪ੍ਰਦੇਸੀਆਂ ਦਾ ਕਾਫੀ ਲਾਂਘਾ ਟਾਪਾ ਸੀ ਅਤੇ ਉਹਨਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਹੀ ਡਰ ਆਉਂਦਾ ਰਹਿੰਦਾ ਸੀ। ਨੈਕਸਟ ਕੁਐਸਚਨ ਹੈ ਤੁਹਾਡਾ, ਭੈਣ ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ? ਅੰਤ ਜਦੋਂ ਕਹਿੰਦੇ ਭੈਣ ਭਰਾ ਨੂੰ ਸੜਕ ਪਾਰ ਕਰਨ ਵਿੱਚ ਸਾਥ ਦੇਣ ਵਾਲਾ ਕੋਈ ਬੰਦਾ ਨਾ ਮਿਲਿਆ ਤਾਂ ਉਹਨਾਂ ਨੇ ਡਰ ਨੂੰ ਦਬਾਉਣ ਦੇ ਲਈ ਕਈ ਤਰੀਕੇ ਬਣਾਏ ਜੋ ਸਾਰੇ ਫੇਲ ਹੋ ਗਏ। ਤਾਂ ਰੋਂਦੇ ਹੋਏ ਭਰਾ ਦੇ ਅਥਰੂ ਪੂੰਝਦਿਆਂ ਉਸਦੀ ਭੈਣ ਨੇ ਉਸਨੂੰ ਕਿਹਾ ਕਿ ਉਹ ਕਹਿਣਗੇ ਅਸੀਂ ਪੇਮੀ ਦੇ ਨਿਆਣੇ ਹਾਂ, ਉਹ ਰਾਸ਼ਾ ਜਿਹੜਾ ਉਹਨਾਂ ਨੂੰ ਨਾ ਫੜੇ। ਇਹ ਸੁਣ ਕੇ ਭਰਾ ਦੇ ਮਨ ਨੂੰ ਸੀ ਜਿਹੜਾ ਥੋੜ੍ਹਾ ਜਿਹਾ ਹੌਸਲਾ ਹੋਇਆ ਅਤੇ ਉਹ ਪੇਮੀ ਦਾ ਨਾਂ ਲੈ ਕੇ ਸੜਕ ਸੀ ਜਿਹੜੀ ਉਹ ਪਾਰ ਕਰ ਗਏ। ਨੈਕਸਟ ਕੁਐਸਚਨ ਹੈ ਤੁਹਾਡਾ, ਲੇਖਕ ਅਤੇ ਉਸਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ? ਲੇਖਕ ਅਤੇ ਉਸਦੀ ਭੈਣ ਨੂੰ ਹਰ ਰੋਜ਼ ਇੱਕ ਡਰਾਉਣੀ ਜਰਨੈਲੀ ਸੜਕ ਪਾਰ ਕਰਨੀ ਪੈਂਦੀ ਸੀ ਕਿਉਂਕਿ ਉਹਨਾਂ ਨੇ ਆਪਣੇ ਬਾਪੂ ਦੀ ਜਾਂ ਕਾਮਿਆਂ ਦੀ ਖੇਤ ਰੋਟੀ ਲੈ ਕੇ ਜਾਣਾ ਹੁੰਦਾ ਸੀ। ਹਾਂਜੀ ਬੇਟਾ, ਇਹ ਤੁਹਾਡਾ ਜਿਹੜਾ ਚੈਪਟਰ ਹੈ ਸੈਕਿੰਡ ਚੈਪਟਰ ਕੰਪਲੀਟ ਹੋ ਚੁੱਕਿਆ। ਜਿਨ੍ਹਾਂ ਬੱਚਿਆਂ ਨੇ ਇਹ ਫੇਅਰ ਨੋਟਬੁੱਕ 'ਤੇ ਰਾਈਟ ਨਹੀਂ ਕੀਤਾ ਉਹ ਫੇਅਰ ਬੁੱਕ 'ਤੇ ਰਾਈਟ ਕਰਨਗੇ ਔਰ ਯਾਦ ਵੀ ਕਰਨਗੇ।